ਅੱਗੇ ਬੱਚਿਓ ਅਸੀਂ ਇੱਕ ਇੰਪੋਰਟੈਂਟ ਚੀਜ਼ ਕਰਨ ਜਾ ਰਹੇ ਹਾਂ। ਅਭਿਆਸ 9.1 ਵਿੱਚ ਵੀ ਇਹ ਚੀਜ਼ ਆਉਂਦੀ ਹੈ ਕਿ ਪ੍ਰਮੇਯ ਸੰਖਿਆਵਾਂ ਦਾ ਸਰਲਤਮ ਰੂਪ। ਇਹ ਚੀਜ਼ ਕੀ ਹੁੰਦੀ ਹੈ? ਦੇਖੋ ਬੱਚਿਓ, ਜਿਸ ਤਰ੍ਹਾਂ ਮੈਂ ਇੱਕ ਪ੍ਰਮੇਯ ਸੰਖਿਆ ਲਿਖਦਾ ਹਾਂ 14/12। ਸਾਨੂੰ ਪਤਾ ਹੈ ਕਿ ਇਸ ਨੂੰ ਅਸੀਂ ਬਟਿਆਂ ਵਾਲੀ ਸੰਖਿਆ ਕਹਿੰਦੇ ਹਾਂ। ਇਸ ਨੂੰ ਅਸੀਂ ਪ੍ਰਮੇਯ ਸੰਖਿਆ ਕਹਿੰਦੇ ਹਾਂ, ਜਿਸ ਦੇ ਅੰਸ਼ ਵਿੱਚ ਵੀ ਸੰਖਿਆ ਹੈ, ਹਰ ਵਿੱਚ ਵੀ ਸੰਖਿਆ ਹੈ। ਇਹ ਬੱਚਿਓ ਪ੍ਰਮੇਯ ਸੰਖਿਆ ਤਾਂ ਹੈ, ਪਰ ਇਹ ਆਪਣੇ ਸਰਲਤਮ ਰੂਪ ਵਿੱਚ ਨਹੀਂ ਹੈ। ਸਰਲਤਮ ਰੂਪ ਦਾ ਕੀ ਮਤਲਬ ਹੈ? ਇਸ ਨੂੰ ਬੱਚਿਓ ਅਸੀਂ ਬੜੇ ਇੱਕ ਸਧਾਰਨ ਤਰੀਕੇ ਨਾਲ ਸਮਝਦੇ ਹਾਂ। ਇਸ ਨੂੰ ਅਸੀਂ ਇੰਝ ਕਹਿ ਸਕਦੇ ਹਾਂ ਕਿ ਇਹ ਸੰਖਿਆ ਕਿਸੇ ਨਾ ਕਿਸੇ ਪਹਾੜੇ ਉੱਪਰ ਕੱਟੀ ਜਾ ਸਕਦੀ ਹੈ, ਭਾਵ ਕਿ ਇਸ ਦਾ ਅੰਸ਼ ਔਰ ਹਰ ਕਿਸੇ ਇੱਕੋ ਪਹਾੜੇ ਉੱਪਰ ਕੱਟੇ ਜਾ ਸਕਦੇ ਹਨ। ਤਾਂ ਬੱਚਿਓ ਸਾਨੂੰ ਪਹਾੜੇ ਯਾਦ ਕਰਾਏ ਜਾਂਦੇ ਹਨ ਜਦੋਂ ਅਸੀਂ ਪਹਾੜੇ ਪੜ੍ਹਦੇ ਹਾਂ। ਜਿਸ ਤਰ੍ਹਾਂ ਬੱਚਿਓ ਅਸੀਂ ਇੱਕ 2 ਦਾ ਪਹਾੜਾ ਪੜ੍ਹਦੇ ਹਾਂ। ਤੁਸੀਂ ਦੇਖੋ ਜਦੋਂ 2 ਦਾ ਪਹਾੜਾ ਪੜ੍ਹਾਂਗੇ ਤਾਂ ਉਹਦੇ 'ਚ ਬੱਚਿਓ 14 ਵੀ ਆਏਗਾ ਔਰ 12 ਵੀ ਆਏਗਾ। 2 7 14 ਜਾਂ 7 ਦੂਣੀ ਅਸੀਂ 14 ਕਹਿ ਦਈਏ, 2 ਛਿਕਾ 12। ਇਹ ਬੱਚਿਓ ਦੂਏ ਦੇ ਪਹਾੜੇ ਦੇ ਵਿੱਚ ਇਹ ਦੋਨੋਂ ਸੰਖਿਆਵਾਂ ਆਉਂਦੀਆਂ ਹਨ। ਤਾਂ ਬੱਚਿਓ ਇਸ ਪ੍ਰਮੇਯ ਸੰਖਿਆ ਨੂੰ ਉਸ ਦੇ ਸਰਲਤਮ ਰੂਪ ਵਿੱਚ ਕਿਸ ਤਰ੍ਹਾਂ ਵਿਖਾਉਂਦੇ ਹਾਂ, ਜਾਂ ਅਸੀਂ ਸਧਾਰਨ ਭਾਸ਼ਾ ਵਿੱਚ ਇਹ ਕਹਿ ਲਈਏ ਕਿ ਇਹਨਾਂ ਨੂੰ ਕੱਟਣਾ ਕਿਸ ਤਰ੍ਹਾਂ ਹੈ। ਜਿਹੜਾ ਜ਼ਿਆਦਾ ਸ਼ਬਦ ਬੱਚਿਓ ਅਸੀਂ ਇਹ ਵਰਤਾਂਗੇ ਵੀ ਸੰਖਿਆ ਨੂੰ ਕੱਟੋ, ਬਟਿਆਂ ਨੂੰ ਆਪਸ ਵਿੱਚ ਕੱਟੋ। ਜੇ ਕੋਈ ਬਟੇ ਦੇ ਵਿੱਚ ਕੋਈ ਰਕਮ ਇੱਕ ਦੂਜੇ ਨਾਲ ਕੱਟੀ ਜਾ ਸਕਦੀ ਹੈ, ਕੱਟੋ। ਦੇਖੋ ਬੱਚਿਓ ਉਸ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲਾਂ ਮਨ ਵਿੱਚ ਸੋਚਣਾ ਹੈ ਕਿ ਕੋਈ ਇਸ ਤਰ੍ਹਾਂ ਦਾ ਪਹਾੜਾ ਜਿਹਦੇ ਵਿੱਚ 14 ਵੀ ਆਉਂਦਾ ਹੋਵੇ, 12 ਵੀ ਆਉਂਦਾ ਹੋਵੇ। ਜੇ ਬੱਚਿਓ ਅਸੀਂ 7 ਦੇ ਪਹਾੜੇ ਦੀ ਗੱਲ ਕਰੀਏ ਤਾਂ ਉੱਥੇ ਸਿਰਫ 7 ਦੂਣੀ 14 ਆਉਂਦਾ ਹੈ, ਉੱਥੋਂ ਹੀ ਅੱਗੋਂ ਹੀ ਪਹਾੜਾ ਸ਼ੁਰੂ ਹੋ ਜਾਂਦਾ ਹੈ। ਪਰ ਬੱਚਿਓ 12 ਨਹੀਂ ਆਉਂਦਾ। ਤਾਂ ਇਹੋ ਜਿਹਾ ਕੋਈ ਸਾਂਝਾ ਪਹਾੜਾ ਉਹ ਬੱਚਿਓ ਸਾਡੇ ਕੋਲ ਕੀ ਹੈ? 2। ਹੁਣ ਬੱਚਿਓ ਕੱਟਣਾ ਕਿਸ ਤਰ੍ਹਾਂ ਹੈ? ਦੇਖੋ ਇਹਦਾ ਤਰੀਕਾ ਕੀ ਹੈ, ਉਸ ਨੂੰ ਅਸੀਂ ਚੰਗੀ ਤਰ੍ਹਾਂ ਬੱਚਿਓ ਵੇਖੋ ਅਸੀਂ ਕੱਟਣਾ ਸਿੱਖਦੇ ਹਾਂ ਜਾਂ ਪ੍ਰਮੇਯ ਸੰਖਿਆਵਾਂ ਨੂੰ ਉਹਨਾਂ ਦੇ ਸਰਲਤਮ ਰੂਪ ਵਿੱਚ ਬਦਲਣਾ ਸਿੱਖਦੇ ਹਾਂ। ਤਾਂ ਦੇਖੋ ਬੱਚਿਓ ਅਸੀਂ 2 ਦਾ ਪਹਾੜਾ ਚੁਣ ਚੁੱਕੇ ਹਾਂ। ਹੁਣ ਜਰਾ ਧਿਆਨ ਦੇ ਨਾਲ ਬੱਚਿਓ ਇਸ ਚੀਜ਼ ਨੂੰ ਗੌਰ ਤੁਸੀਂ ਕਰਨਾ ਹੈ। ਵੀਡੀਓ ਨੂੰ ਵਾਰ-ਵਾਰ ਬੈਕ ਕਰਕੇ ਤੁਸੀਂ ਇਹ ਗੱਲ ਨੂੰ ਸਮਝਣਾ ਹੈ ਕਿ ਅਸੀਂ ਸੰਖਿਆ ਨੂੰ ਕੱਟਣਾ ਕਿਸ ਤਰ੍ਹਾਂ ਹੈ। ਦੇਖੋ ਬੱਚਿਓ ਜਦੋਂ ਅਸੀਂ 2 ਦਾ ਪਹਾੜਾ ਪੜ੍ਹਦੇ ਹਾਂ ਤਾਂ ਦੇਖੋ ਅਸੀਂ ਇਸ ਤਰ੍ਹਾਂ ਬੋਲਦੇ ਹਾਂ ਕਿ 1 ਦੂਣੀ ਦੂਣੀ। ਆਖੋ 1 ਦੂਣੀ ਦੂਣੀ, ਇਸ ਤਰ੍ਹਾਂ ਬੋਲਦੇ ਹਾਂ। ਫਿਰ 2 ਦੂਣੀ 4, 3 ਦੂਣੀ 6। ਇਸ ਤਰ੍ਹਾਂ ਅਸੀਂ ਬੱਚਿਓ ਚੱਲਦੇ ਚਲੇ ਜਾਂਦੇ ਹਾਂ। ਤੁਸੀਂ ਵੇਖੋ ਜਦੋਂ ਅਸੀਂ ਪਹਾੜਾ ਪੜ੍ਹੀ ਜਾਵਾਂਗੇ ਅਤੇ ਸਾਡੇ ਕੋਲ 6 ਦੂਣੀ ਇਸ ਤਰ੍ਹਾਂ 12। ਆਹ ਦੇਖੋ ਬੱਚਿਓ ਇਹ ਵਾਲੀ ਸੰਖਿਆ ਸਾਡੇ ਕੋਲ ਆ ਗਈ। ਪਹਾੜਾ ਕਿਹੜਾ ਚੁਣਿਆ ਸੀ? 2 ਦਾ। ਪੜ੍ਹਦਿਆਂ ਕਿੰਨਵੇਂ ਨੰਬਰ 'ਤੇ ਅਸੀਂ ਬੋਲਿਆ? 6 ਦੂਣੀ 12। ਹੁਣ ਇਹ ਧਿਆਨ ਕਰਨ ਯੋਗ ਗੱਲ ਹੈ, ਦੂਣੀ ਦਾ ਪਹਾੜਾ ਸੀ, 6 ਬੋਲਣ 'ਤੇ 6 ਦੂਣੀ 12 ਆ ਗਿਆ। ਤਾਂ ਅਸੀਂ ਬੱਚਿਓ ਕੀ ਕਰਾਂਗੇ? ਇੱਥੇ ਇੰਝ ਇੱਕ ਲਕੀਰ ਮਾਰ ਦਿਆਂਗੇ ਅਤੇ ਇੱਥੇ ਉਹ ਅੰਕ ਲਿਖ ਦੇਵਾਂਗੇ, ਉਹ ਸੰਖਿਆ ਲਿਖ ਦੇਵਾਂਗੇ ਜਿਹਦੇ ਉੱਪਰ ਸਾਨੂੰ 12 ਪ੍ਰਾਪਤ ਹੋਇਆ ਸੀ 2 ਦਾ ਪਹਾੜਾ ਪੜ੍ਹਨ ਵੇਲੇ। 6 ਦੂਣੀ 12। ਹੁਣ ਪਹਾੜੇ ਨੂੰ ਬੇਟਾ ਅੱਗੇ ਚਲਾਉਣਾ ਹੈ। 7 ਦੂਣੀ 14। ਦੇਖੋ ਅਸੀਂ ਜਦੋਂ ਪਹਾੜਾ ਬੋਲਾਂਗੇ 7 ਦੂਣਾ 14, ਆਹ ਸਾਡਾ 14 ਸਾਨੂੰ ਪ੍ਰਾਪਤ ਹੋ ਗਿਆ ਹੈ। ਕਿਹੜਾ ਪਹਾੜਾ ਪੜ੍ਹਿਆ? 2 ਦਾ। ਕਿਹੜੀ ਸੰਖਿਆ ਨਾਲ ਗੁਣਾ ਕਰਕੇ? 7 ਦੂਣਾ 14। ਤਾਂ ਬੱਚਿਓ ਇੱਥੇ ਅਸੀਂ ਦੂਜੀ ਲਕੀਰ ਮਾਰਾਂਗੇ, ਇੱਥੇ 7 ਲਿਖ ਦੇਵਾਂਗੇ। ਤਾਂ ਇਹਨੂੰ ਬੱਚਿਓ ਕੱਟਣਾ ਕਹਿੰਦੇ ਹਾਂ। ਜਾਂ ਅਸੀਂ ਇਹ ਕਹੀਏ ਵੀ ਅਸੀਂ ਪ੍ਰਮੇਯ ਸੰਖਿਆ ਨੂੰ ਉਹਦੇ ਸਰਲਤਮ ਤਮ ਦਾ ਮਤਲਬ ਬੇਟਾ ਪਿੱਛੇ ਜਿਹੜਾ ਲਾਉਂਦੇ ਹਾਂ ਅਸੀਂ, ਜਿਸ ਤਰ੍ਹਾਂ ਸ਼ਬਦ ਇਸ ਤਰ੍ਹਾਂ ਦੇ ਹੋਰ ਵੀ ਆਉਂਦੇ ਨੇ। ਨਿਊਨਤਮ ਭਾਵ ਕਿ ਨਿੱਕੇ ਤੋਂ ਨਿੱਕਾ। ਸਰਲਤਮ ਦਾ ਮਤਲਬ ਆ ਕਿ ਇਸ ਤੋਂ ਅੱਗੇ ਅਸੀਂ ਇਸ ਨੂੰ ਨਹੀਂ ਕੱਟ ਸਕਦੇ। ਤਾਂ ਬੱਚਿਓ ਇੱਥੇ ਸਾਡੇ ਕੋਲ ਜਵਾਬ ਕੀ ਆ ਗਿਆ? 7/6। ਭਾਵ ਕਿ ਅਸੀਂ 14/12 ਨੂੰ ਉਹਦੇ ਸਰਲਤਮ ਰੂਪ ਭਾਵ ਕਿ 7/6 ਵਿੱਚ ਬਦਲ ਦਿੱਤਾ ਹੈ। ਇਹ ਬੱਚਿਓ ਇੱਕ ਹੋਰ ਉਦਾਹਰਨ ਹੈ 26/65। ਇਹਨੂੰ ਬੱਚਿਓ ਅਸੀਂ ਇਹਦੇ ਸਰਲਤਮ ਰੂਪ ਵਿੱਚ ਬਦਲਦੇ ਹਾਂ, ਜਾਂ ਐਂ ਕਹੀਏ ਕਿ ਇਹਨੂੰ ਕੱਟੀਏ ਕਿਸੇ ਨਾ ਕਿਸੇ ਪਹਾੜੇ ਉੱਪਰ, ਵੀ ਕਿਸ ਪਹਾੜੇ ਦੇ ਉੱਪਰ ਇਹ ਸੰਖਿਆ ਕੱਟੀ ਜਾ ਸਕਦੀ ਹੈ। ਬੱਚਿਓ ਜਦੋਂ ਅਸੀਂ ਪਹਾੜਿਆਂ ਦੀ ਪ੍ਰੈਕਟਿਸ ਕਰਦੇ ਹਾਂ
ਤੁਹਾਨੂੰ ਅੱਗੇ ਵੀ ਕਿਹਾ ਜਾਂਦਾ ਹੈ ਕਿ ਅਸੀਂ ਰੋਜ਼ ਕੁਛ ਨਾ ਕੁਛ ਪਹਾੜਿਆਂ ਦੀ ਆਪਦੀ ਪ੍ਰੈਕਟਿਸ ਜਾਰੀ ਰੱਖਣੀ ਹੈ। ਜਦੋਂ ਬੱਚਿਓ ਅਸੀਂ ਪਹਾੜਿਆਂ ਨੂੰ ਯਾਦ ਕਰਾਂਗੇ, ਸਾਨੂੰ ਆਪਣੇ ਆਪ ਹੀ ਅੰਦਾਜ਼ਾ ਲੱਗ ਜਾਏਗਾ ਕਿ ਇੱਕ 13 ਦਾ ਪਹਾੜਾ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਸਾਨੂੰ 26 ਵੀ ਮਿਲ ਜਾਏਗਾ ਔਰ 65 ਵੀ ਮਿਲ ਜਾਏਗਾ। ਦੇਖੋ ਬੱਚੋ, ਜਦੋਂ ਅਸੀਂ ਪਹਾੜਾ ਪੜ੍ਹਨ ਲੱਗਦੇ ਹਾਂ, ਜਿਸ ਤਰ੍ਹਾਂ 13 ਏਕਮ 13, ਤਾਂ ਇੱਥੇ ਬੱਚੋ ਅਜੇ ਤੱਕ ਕੋਈ ਵੀ 13 ਨਹੀਂ ਹੈ ਇਸ ਦੇ ਵਿੱਚ। ਇਸ ਦਾ ਮਤਲਬ ਅਸੀਂ ਪਹਾੜੇ ਨੂੰ ਅੱਗੇ ਲੈ ਕੇ ਜਾਈਏ। 13 ਦੂਣਾ 26। ਆ ਦੇਖੋ ਬੱਚੋ, ਸਾਡਾ ਇਹ 26 ਇੱਥੇ ਪਿਆ ਹੈ ਅੰਸ਼ ਵਿੱਚ। ਤਾਂ ਇਹਨੂੰ ਬਣਾਉਣ ਵਾਲੇ ਕੌਣ ਹਨ? 13 ਜੋ ਅਸੀਂ ਪਹਾੜਾ ਚੁਣਿਆ ਸੀ, 2 ਨੰਬਰ ਗਿਣਤੀ 13 ਦੂਣਾ। ਤਾਂ ਇੱਥੇ ਹੁਣ ਬੱਚੋ ਅਸੀਂ ਕੀ ਕਰਨਾ ਹੈ, 26 ਇੱਥੇ ਹੈ, ਇਸ ਨੂੰ ਅਸੀਂ ਕੱਟਤਾ ਔਰ 2 ਲਿਖਤਾ। ਤਾਂ ਸਾਡੀ ਇਹ ਗੱਲ ਪੂਰੀ ਹੋਣੀ ਚਾਹੀਦੀ ਆ, 13 ਦੂਣਾ 26, ਕਿਉਂਕਿ 13 ਦਾ ਪਹਾੜਾ ਅਸੀਂ ਇਹੋ ਜਿਹਾ ਚੁਣਿਆ ਸੀ ਜਿਹਦੇ ਵਿੱਚ 26 ਵੀ ਆਉਂਦਾ ਹੈ ਔਰ 65 ਵੀ ਆਉਂਦਾ ਹੈ। ਪਹਾੜੇ ਨੂੰ ਅੱਗੇ ਜਾਰੀ ਰੱਖਾਂਗੇ ਤਾਂ ਜਦੋਂ ਬੱਚੋ ਅਸੀਂ ਪਹਾੜਾ ਅੱਗੇ ਦੇ ਅੱਗੇ ਪੜ੍ਹੀ ਜਾਵਾਂਗੇ, ਅਸੀਂ ਵੇਖਾਂਗੇ 13 5 65। ਆ ਬੱਚੋ ਸਾਨੂੰ ਦੂਜੀ ਸੰਖਿਆ ਪ੍ਰਾਪਤ ਹੋ ਗਈ ਇੱਕੋ ਹੀ ਪਹਾੜੇ ਵਿੱਚ। ਹੁਣ ਕੀ ਕਰਾਂਗੇ, ਦੇਖੋ 13 ਕੱਟਿਆ 5, ਆ ਵੇਖੋ 13 5 65। ਕਿੰਨਾ ਸੌਖਾ ਸਿੰਪਲ ਕੰਮ ਹੈ ਕੱਟਣ ਦਾ। ਪਰ ਇਹ ਬੱਚੋ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਉਦੋਂ ਹੀ ਕਰ ਪਾਵਾਂਗੇ ਜਦੋਂ ਅਸੀਂ ਪਹਾੜਿਆਂ ਦੀ ਪ੍ਰੈਕਟਿਸ ਕਰਾਂਗੇ। ਤਾਂ ਇੱਥੇ ਬੱਚੋ ਕੱਟਣ ਤੋਂ ਬਾਅਦ ਸਾਡਾ ਜਵਾਬ ਆ ਗਿਆ 2/5। ਅਸੀਂ ਇਹ ਕਹਿ ਲਈਏ ਕਿ ਅਸੀਂ ਜੋ 26/65 ਸੰਖਿਆ ਸੀ ਉਸ ਨੂੰ ਇਹਦੇ ਅਸੀਂ ਸਰਲਤਮ ਰੂਪ ਭਾਵ ਕਿ 2/5 ਵਿੱਚ ਬਦਲ ਦਿੱਤਾ। ਅੱਗੇ ਬੱਚੋ ਇੱਕ ਅਸੀਂ ਹੋਰ ਉਦਾਹਰਨ ਲੈਂਦੇ ਹਾਂ। ਅਭਿਆਸ 9.1 ਦਾ 7ਵੇਂ ਦਾ ਇਹ ਤੀਸਰਾ ਸਵਾਲ ਹੈ। ਘਟਾਓ 44/72 ਨੂੰ ਉਸ ਦੇ ਸਰਲਤਮ ਰੂਪ ਵਿੱਚ ਲਿਖੋ, ਜਾਂ ਐਂ ਕਹੀਏ ਕਿ ਇਹਨੂੰ ਅਸੀਂ ਕੱਟਣਾ ਹੈ ਦੋਵਾਂ ਸੰਖਿਆਵਾਂ ਨੂੰ ਜੋ ਅੰਸ਼ ਔਰ ਹਰ ਵਿੱਚ ਪਈਆਂ ਹਨ। ਤਾਂ ਬੱਚੋ ਇਸ ਕੱਟਣ ਦਾ ਇੱਕ ਹੋਰ ਤਰੀਕਾ ਅਸੀਂ ਸਿੱਖਣ ਲੱਗੇ ਹਾਂ, ਉਹ ਹੈ ਮਹੱਤਵ ਸਮਾਵਰਤਕ ਵਾਲਾ ਤਰੀਕਾ। ਉਹ ਬੱਚੋ ਜਿਹੜਾ ਤਰੀਕਾ ਹੈ ਉਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਇਹਨਾਂ ਦੋਨਾਂ ਸੰਖਿਆਵਾਂ ਦਾ ਮਹੱਤਵ ਸਮਾਵਰਤਕ ਅਸੀਂ ਕੱਢਦੇ ਹਾਂ, ਜੋ ਅਸੀਂ ਛੋਟੀਆਂ ਕਲਾਸਾਂ 'ਚ ਸਿੱਖਿਆ ਹੈ। ਤਾਂ ਉਹ ਦੇਖਦੇ ਹਾਂ ਕਿ ਉਹਦਾ ਸਾਨੂੰ ਕੀ ਫਾਇਦਾ ਹੋਏਗਾ। ਬੇਟਾ ਫਾਇਦਾ ਇਹ ਹੋਏਗਾ ਕਿ ਸਾਨੂੰ ਇੱਕ ਇਸ ਤਰ੍ਹਾਂ ਦੀ ਵੱਡੀ ਤੋਂ ਵੱਡੀ ਸੰਖਿਆ ਮਿਲ ਜਾਵੇਗੀ ਜਿਹਦੇ ਨਾਲ ਅਸੀਂ ਉੱਪਰ ਵੀ ਤਕਸੀਮ ਕਰ ਦੇਵਾਂਗੇ, ਹੇਠਾਂ ਵੀ ਤਕਸੀਮ ਕਰ ਦੇਵਾਂਗੇ ਔਰ ਸਾਡੀ ਸੰਖਿਆ ਛੋਟੇ ਤੋਂ ਛੋਟੇ ਭਾਵ ਕਿ ਸਰਲ ਰੂਪ ਵਿੱਚ ਆ ਜਾਏਗੀ। ਆਓ ਵੇਖੀਏ ਕਿਵੇਂ ਇਹਨੂੰ ਕਰਦੇ ਹਾਂ। ਇੱਥੇ ਬੱਚੋ ਜਗ੍ਹਾ ਬਣਾ ਲਈਏ ਪਹਿਲਾਂ ਅਸੀਂ। ਤਾਂ ਬੱਚੋ ਅਸੀਂ 44 ਔਰ 72 ਦਾ ਮਹੱਤਵ ਸਮਾਪਵਰਤਕ ਕਰਦੇ ਹਾਂ। ਉਹਦੇ ਵਾਸਤੇ ਕੀ ਤਰੀਕਾ ਸੀ ਕਿ 72 ਨੂੰ ਵਿੱਚ ਰੱਖ ਲੈਂਦੇ ਹਾਂ ਔਰ ਜੋ ਛੋਟੀ ਸੰਖਿਆ 44 ਹੈ ਇਸ ਨਾਲ ਭਾਗ ਕਰਦੇ ਹਾਂ। ਤਾਂ ਬੱਚੋ 1 ਤੇ ਜਾਏਗਾ। 12 ਵਿੱਚੋਂ 4 ਕੱਢੇ 8, ਇੱਥੇ 6 ਰਹਿ ਗਿਆ, 6 4 ਕੱਢੇ 2। ਹੁਣ ਇਸ ਤੋਂ ਅਗਲਾ ਤਰੀਕਾ ਬੱਚੋ ਕੀ ਹੈ ਕਿ ਇਸ ਸੰਖਿਆ ਨੂੰ ਜਿਹਦੇ ਨਾਲ ਭਾਗ ਕੀਤੀ ਸੀ ਇਹਨੂੰ ਇੱਥੇ ਲੈ ਆਉਂਦੇ ਹਾਂ। ਹੁਣ ਬੱਚੋ ਫਿਰ 1 ਤੇ ਜਾਏਗਾ, 28 ਏਕਮ 28 ਔਰ 14 ਵਿੱਚੋਂ 8 ਕੱਢੇ ਸਾਡੇ ਕੋਲ ਬੱਚੋ ਆ ਜਾਏਗਾ 6, ਇੱਥੇ ਆ ਗਿਆ ਇਸ ਤਰ੍ਹਾਂ 16। ਫਿਰ ਇਸ 16 ਦੇ ਨਾਲ 28 ਨੂੰ ਭਾਗ ਕਰਦੇ ਹਾਂ ਤਾਂ ਬੱਚੋ ਕੀ ਹੋਏਗਾ 16 ਏਕਮ 16। ਔਰ ਤਾਂ ਇਸ ਤਰ੍ਹਾਂ ਬੱਚੋ ਸਾਡੇ ਕੋਲ 12 ਆ ਗਿਆ। ਹੁਣ ਇਸ 12 ਦੇ ਨਾਲ ਫਿਰ 16 ਨੂੰ ਭਾਗ, 12 ਏਕਮ 12, ਸਾਡੇ ਕੋਲ 4 ਆ ਗਿਆ। ਔਰ ਬੱਚੋ ਅਖੀਰ ਦੇ ਉੱਪਰ ਇਸ 12 ਨੂੰ ਇਸ 4 ਨਾਲ ਭਾਗ ਕਰਤੀ ਤਾਂ ਸਾਡਾ ਬੱਚੋ ਪੂਰਾ ਪੂਰਾ ਇਹ ਵੰਡਿਆ ਗਿਆ। ਇਸ ਤਰ੍ਹਾਂ ਬੱਚੋ ਸਾਡੇ ਕੋਲ ਇੱਥੇ ਜੋ 4 ਹੈ ਉਹ ਮਹੱਤਵ ਸਮਾਵਰਤਕ ਆ ਗਿਆ 44 ਔਰ 72 ਦਾ। ਤਾਂ ਹੁਣ ਬੱਚੋ ਅਸੀਂ ਕੀ ਕਰਾਂਗੇ, ਜਿਹੜਾ ਸਾਡਾ ਦੂਜਾ ਤਰੀਕਾ ਸੀ ਕੱਟਣ ਦਾ ਜਾਂ ਸੰਖਿਆ ਨੂੰ ਸਰਲਤਮ ਰੂਪ ਵਿੱਚ ਲਿਆਉਣ ਦਾ, ਇਹ ਸਾਨੂੰ ਇੱਕ ਐਸੀ ਵੱਡੀ ਤੋਂ ਵੱਡੀ ਸੰਖਿਆ ਪ੍ਰਾਪਤ ਹੋ ਗਈ ਜਿਹਦੇ ਨਾਲ ਬੱਚਿਓ ਅਸੀਂ ਇਸ ਸੰਖਿਆ ਨੂੰ ਦੇਖੋ ਕੀ ਕਰਨਾ ਹੈ, ਘਟਾਓ 44/72। ਤਾਂ ਇੱਥੇ ਬੱਚਿਓ ਅਸੀਂ ਕੀ ਕਰਾਂਗੇ, ਇੱਥੇ ਵੀ 4 ਨਾਲ ਭਾਗ, ਇੱਥੇ ਵੀ 4 ਨਾਲ। ਇਹ ਬੱਚੋ ਇੱਕ ਮੇਨ ਇੰਪੋਰਟੈਂਟ ਸਟੈਪ ਹੈ, ਇਸ ਨੂੰ ਧਿਆਨ 'ਚ ਰੱਖਣਾ ਹੈ ਕਿ ਜੋ ਮਹੱਤਵ ਸਮਾਵਰਤਕ ਕਰਕੇ ਸਾਡਾ ਆਨਸਰ ਆਇਆ ਉਹਦੇ ਨਾਲ ਅੰਸ਼ ਅਤੇ ਹਾਰ ਨੂੰ ਭਾਗ ਕਰ ਦੇਣੀ ਹੈ। ਔਰ ਜਦੋਂ ਵੀ ਬੱਚੋ ਅਸੀਂ ਭਾਗ ਕਰਾਂਗੇ, ਦੇਖੋ 44 ਨੂੰ 4 ਨਾਲ ਭਾਗ ਕੀਤੀ, ਘਟਾਓ 11, ਇਹ ਘਟਾਓ ਬੱਚੋ ਇਸ ਤਰ੍ਹਾਂ ਹੀ ਨਾਲ ਲੱਗਾ ਰਹਿ ਜਾਏਗਾ। ਔਰ ਜਦੋਂ ਇਹਨੂੰ ਭਾਗ ਕੀਤੀ ਤਾਂ ਇੱਥੇ ਬੱਚੋ ਸਾਡੇ ਕੋਲ 18 ਆਏਗਾ। ਤਾਂ ਇਸ ਤਰ੍ਹਾਂ ਬੱਚੋ ਘਟਾਓ 11 ਔਰ 18, ਇਹ ਜਵਾਬ ਆਇਆ ਕਿਸ ਚੀਜ਼ ਦਾ, ਘਟਾਓ 44/72 ਨੂੰ ਅਸੀਂ ਉਹਦੇ ਸਰਲਤਮ ਰੂਪ ਵਿੱਚ ਲਿਖ ਦਿੱਤਾ, ਜਾਂ ਇਹ ਗੱਲ ਕਹਿ ਲਈਏ ਕਿ ਅਸੀਂ ਕੱਟਣ ਤੋਂ ਬਾਅਦ ਇਸ ਤਰ੍ਹਾਂ ਉਹਦਾ ਆਨਸਰ ਪ੍ਰਾਪਤ ਕਰ ਲਿਆ। ਤਾਂ ਇਹ ਬੱਚੋ ਸਾਡੇ ਕੋਲ 2 ਤਰੀਕੇ ਹਨ ਕੱਟਣ ਦੇ।
ਪਹਿਲਾ ਸੀ ਕਿ ਕੋਈ ਨਾ ਕੋਈ ਪਹਾੜਾ ਸੋਚ ਲੈਣਾ ਮਨ ਦੇ ਵਿੱਚ, ਜਿਹਦੇ ਵਿੱਚ ਅੰਸ਼ ਵੀ ਆਉਂਦਾ ਹੋਵੇ, ਹਰ ਵੀ ਆਉਂਦਾ ਹੋਵੇ। ਤਾਂ ਬੱਚਿਓ ਇਹਨੂੰ ਤੁਸੀਂ ਪ੍ਰੈਕਟਿਸ ਕਰ। ਤਾਂ ਇਹ ਬੱਚਿਓ ਕੋਈ ਸਵਾਲ ਤੁਹਾਡੀ ਪ੍ਰੈਕਟਿਸ ਵਾਸਤੇ ਹਨ। 35/40, 18/36, 8/12 ਇਹਨਾਂ ਨੂੰ ਬੱਚਿਓ ਤੁਸੀਂ ਸਰਲਤਮ ਰੂਪ ਵਿੱਚ ਲਿਖਣਾ ਹੈ, ਜਾਂ ਇੰਝ ਕਹਿ ਲਈਏ ਕਿ ਇਹਨਾਂ ਬਟਿਆਂ ਵਾਲੀਆਂ ਸੰਖਿਆਵਾਂ ਨੂੰ ਤੁਸੀਂ ਕੱਟਣਾ ਹੈ ਕਿ ਕਿਸ ਤਰ੍ਹਾਂ ਕੱਟ ਕੇ ਇਹਨਾਂ ਦੇ ਅਸੀਂ ਛੋਟੇ ਤੋਂ ਛੋਟੇ ਰੂਪ ਵਿੱਚ ਲਿਖ ਸਕਦੇ ਹਾਂ। ਇਹਦੀ ਬੱਚਿਓ ਤੁਸੀਂ ਪ੍ਰੈਕਟਿਸ ਕਰਨੀ ਹੈ ਔਰ ਸਵਾਲ ਹੱਲ ਕਰਕੇ ਤੁਸੀਂ ਮੈਨੂੰ ਭੇਜਣੇ ਹਨ।